रीजॉइन करो बेटे। बट ही बिलीव्ड इन हाँ जी, दोबारा स्टार्ट करते हैं ਅਸੀਂ ਇਸ ਨੂੰ। बट ही नैवर बिलीव्ड इन अनटचेबिलिटी, परंतु ਜਿਹੜਾ ਲੇਖਕ ਹੈ ਉਹ ਕਦੇ ਵੀ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਕਿ ਛੂਤ ਛਾਤ ਨਾਂ ਦੀ ਕੋਈ ਚੀਜ਼ ਹੈ। ਇਹਦਾ ਮਤਲਬ ਉਹ ਬੜਾ ਲਿਬਰਲ ਮਾਈਂਡ ਹੈ। ਮੁਲਕ ਰਾਜ ਆਨੰਦ ਬੜਾ ਲਿਬਰਲ ਮਾਈਂਡ ਹੈ। ਉਹ ਕਦੇ ਵੀ ਇਹ ਨਹੀਂ ਸੋਚਦਾ ਕਿ ਸਾਨੂੰ ਇੱਕ ਮਨੁੱਖ ਨੂੰ ਦੂਜੇ ਮਨੁੱਖ ਤੋਂ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਇਸ ਤਸਵੀਰ ਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ, ਇੱਕ ਅਨਟਚੇਬਿਲਿਟੀ ਦੇਖ ਰਹੇ ਹਾਂ। एक मिनट बेटे, मैं मैसेज कर रहा दोबारे ताकि रीजॉइन हो जान बच्चे। हाँ जी, चंदू वाज हिज क्लोज फ्रेंड सिंस चाइल्डहुड। चंदू ਅਤੇ ਮੁਲਕ ਰਾਜ ਕੀ ਹਨ ਬਈ? ਦੋਵੇਂ ਬਚਪਨ ਤੋਂ ਹੀ क्लोज फ्रेंड ਨੇ, ਭਾਵ ਪੱਕੇ ਮਿੱਤਰ ਹਨ। ਇਸ ਤਰ੍ਹਾਂ ਇਸ ਤਸਵੀਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੋ ਫਰੈਂਡ ਨੇ ਜਿਹੜੇ क्लोज फ्रेंड ਨੇ। ਤਾਂ ਇੱਥੇ ਦੇਖੋ ਇੱਕ ਕਾਮਿਕ ਜਿਹੜੀ ਪਿਕਚਰ ਹੈ ਉਹ ਲਗਾਈ ਗਈ ਹੈ ਕਿ ਇੱਕ ਬੱਚਾ ਰੋ ਰਿਹਾ ਹੈ ਤੇ ਦੂਸਰਾ ਉਸਦੇ ਕੀ ਕਰ ਰਿਹਾ, हेयर कटिंग कर रहा है। नेक्स्ट, हाँ जी, they used to play little games together। ਉਹ ਦੋਵੇਂ ਕੀ ਕਰਦੇ ਸੀ? ਗੇਮਸ ਖੇਡਦੇ ਸੀ। ਕਿਹੜੀਆਂ ਗੇਮਸ ਖੇਡਦੇ ਸੀ ਬਈ? ਛੋਟੀਆਂ ਛੋਟੀਆਂ ਜਿਹੜੀਆਂ ਬਚਪਨ ਦੀਆਂ ਗੇਮਸ ਹੁੰਦੀਆਂ ਨੇ ਉਹ ਕੀ ਕਰਦੇ ਸੀ? ਇੱਕ ਦੂਜੇ ਨਾਲ ਇੰਜੋਏ ਕਰਦੇ ਸੀ। ਜਿਵੇਂ ਅਸੀਂ ਕੀ ਕਰਦੇ ਸੀ, ਛੋਟੇ ਹੁੰਦੇ ਪਿੱਠੂ ਖੇਡਦੇ ਸੀ, ਬੰਟੇ ਖੇਡਦੇ ਸੀ, ਗੁੱਲੀ ਡੰਡਾ ਖੇਡਦੇ ਸੀ, ਕਬੱਡੀ ਖੇਡਦੇ ਸੀ, ਫੜਨ ਫੜੀਕੀ ਖੇਡਦੇ ਸੀ, ਹੈ ਨਾ, ਇਸ ਤਰ੍ਹਾਂ। ਤਾਂ ਉਹ ਵੀ ਕੀ ਕਰਦੇ ਨੇ? ਦੇ ਯੂਜ਼ ਟੂ ਪਲੇ ਲਿਟਲ ਗੇਮਸ ਟੂਗੇਦਰ। ਉਹ ਵੀ ਇਕੱਠੇ ਗੇਮਸ ਖੇਡਦੇ ਨੇ। ਇਨ ਦਾ ਵਿਲੇਜ ਲੇਨਸ, ਲੇਨਸ ਮਤਲਬ ਸਟਰੀਟਸ, ਗਲੀਆਂ, ਗਲੀਆਂ ਦੇ ਵਿੱਚ ਕੀ ਕਰਦੇ ਨੇ? ਉਹ ਛੋਟੀਆਂ ਛੋਟੀਆਂ ਖੇਡਾਂ ਖੇਡਦੇ ਨੇ। ਚੰਦੂ ਵਾਜ਼ ਦਾ ਸੀਨੀਅਰ ਟੂ ਦਾ ਨਰੇਟਰ ਬਾਈ 6 months। ਚੰਦੂ ਹੈ ਜਿਹੜਾ ਉਹ ਲੇਖਕ ਤੋਂ 6 ਮਹੀਨੇ ਕੀ ਹੈ ਵੀ ਸੀਨੀਅਰ ਹੈ, ਵੱਡਾ ਹੈ, ਵੱਡਾ ਹੈ। ਹੀ ਆਲਵੇਸ ਟੁਕ ਦਾ ਲੀਡ ਇਨ ਆਲ ਮੈਟਰਸ। ਵੱਡਾ ਹੈ ਇਸ ਕਰਕੇ ਕੀ ਕਹਿੰਦਾ ਉਹ ਕਿ ਮੈਂ ਵੱਡਾ ਹਾਂ ਤੇ ਹਰੇਕ ਕੰਮ 'ਚ ਦਿੱਤੋਂ ਕੀ ਕਰਦਾ ਬਈ? ਲੀਡ ਕਰਦਾ। ਹਰੇਕ ਮੈਟਰ ਦੇ ਵਿੱਚ ਕੀ ਕਰਦਾ ਵੀ ਉਹ? ਚੰਦੂ ਉਸ ਨੂੰ ਲੀਡ ਕਰਦਾ ਹੈ। ਦ ਨਰੇਟਰ ਵਿਲਿੰਗਲੀ ਫੋਲੋਡ ਹਿਮ। ਨਰੇਟਰ ਉਸ ਨੂੰ ਫੋਲੋ ਕਰਦਾ ਹੈ, ਭਾਵ ਜੋ ਚੰਦੂ ਕੰਮ ਕਰਦਾ ਹੈ ਉਸ ਨੂੰ ਸਵੈ ਇੱਛਾ ਨਾਲ ਵਿਲਿੰਗਲੀ ਕੀ ਕਰਦਾ ਵੀ? ਫੋਲੋ ਕਰਦਾ ਹੈ। ਬਿਕੋਜ਼ ਹੀ ਵਾਜ਼ ਐਨ ਐਕਸਪਰਟ ਇਨ ਕੈਚਿੰਗ ਵਾਸਪਸ। ਕਿਉਂ? ਨਰੇਟਰ ਚੰਦੂ ਨੂੰ ਫੋਲੋ ਕਰਦਾ ਹੈ, ਕਿਉਂ? ਕਿਉਂਕਿ ਚੰਦੂ ਐਕਸਪਰਟ ਹੈ ਕੀ ਪਕੜਨ ਦੇ ਵਿੱਚ ਵੀ? ਵਾਸਪਸ, ਭਰਿੰਡਾਂ ਨੂੰ ਕੀ ਕਰ ਦਿੰਦਾ ਉਹ? ਪਕੜ ਲੈਂਦਾ ਹੈ। ਤਸਵੀਰ ਦੇਖ ਰਹੇ ਹੋ ਤੁਸੀਂ ਇੱਧਰਲੇ ਪਾਸੇ, ਕੀ ਕਰਦਾ ਵੀ? ਭਰਿੰਡਾਂ ਨੂੰ ਕੀ ਕਰ ਲੈਂਦਾ ਉਹ? ਪਕੜ ਲੈਂਦਾ ਹੈ। ਕੈਚਿੰਗ ਵਾਸਪਸ, ਵਾਸਪਸ ਨੂੰ ਪਕੜ ਲੈਂਦਾ ਹੈ। ਨੈਕਸਟ, he pressed the poison, he pressed the poison out of their tails। ਫਿਰ ਉਹ ਕੀ ਕਰਦਾ ਹੈ? ਉਹਨਾਂ ਦੀਆਂ ਪੁੱਛਾਂ ਦੇ ਵਿੱਚੋਂ ਕੀ ਕਰਦਾ ਵੀ? ਜ਼ਹਿਰ ਕੱਢਦਾ ਹੈ। and tied their tiny legs to the cotton thread। ਫਿਰ ਉਹਨਾਂ ਦੀਆਂ ਜਿਹੜੀਆਂ ਲੱਤਾਂ ਹੁੰਦੀਆਂ ਨੇ ਉਹਨਾਂ ਨੂੰ ਕਾਹਦੇ ਨਾਲ ਬੰਨ੍ਹ ਦਿੰਦਾ ਹੈ? ਜਿਵੇਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਤੇ ਤਾਗੇ ਨਾਲ ਕੀ ਕਰ ਦਿੰਦਾ ਵੀ? ਬੰਨ੍ਹ ਦਿੰਦਾ ਹੈ। and made them fly, ਤੇ ਫਿਰ ਹਵਾ ਵਿੱਚ ਕੀ ਕਰਦਾ ਵੀ? ਉਡਾਉਂਦਾ ਹੈ। The narrator always got stung on the cheeks if he wants near the waspus। ਜਦ ਕਿ ਦੂਜੇ ਪਾਸੇ ਨਰੇਟਰ ਜਦੋਂ ਉਹਨਾਂ ਵਾਸਪਸ ਨੂੰ, ਭਰਿੰਡਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ
ਤਾਂ ਭਰਿੰਡਾਂ ਕੀ ਕਰਦੀਆਂ ਨੇ ਵੀ ਉਸਦੇ ਚਿਹਰੇ ਤੇ ਕੀ ਕਰ ਦਿੰਦੀਆਂ ਨੇ ਵੀ ਡੰਕ ਮਾਰ ਦਿੰਦੀਆਂ ਹਨ। ਜਿਸ ਤਰ੍ਹਾਂ ਤੁਸੀਂ ਇਸ ਤਸਵੀਰ 'ਚ ਇੱਕ ਬੱਚੇ ਨੂੰ ਦੇਖ ਰਹੇ ਹੋ ਕਿ ਇਸ ਦੀਆਂ ਅੱਖਾਂ ਕੀ ਨੇ ਬਈ ਸੁੱਜੀਆਂ ਪਈਆਂ ਨੇ। ਕਿਉਂ? ਕਿਉਂਕਿ ਕਿਸੇ ਵਾਸਪਸ ਨੇ ਜਾਂ ਕਿਸੇ ਬੀਜ ਨੇ ਇਸ ਨੂੰ ਕੀ ਕਰ ਲਿਆ ਵੀ ਡਸ ਲਿਆ ਹੈ, ਡੰਗ ਮਾਰ ਦਿੱਤਾ ਹੈ। ਤਾਂ ਲੇਖਕ ਕਹਿੰਦਾ ਹੈ ਕਿ ਮੈਂ ਹਮੇਸ਼ਾ ਉਹਨੂੰ ਫੋਲੋ ਕਰਦਾ ਕਿਉਂਕਿ ਉਹ ਬੜੇ ਐਸੇ ਕੰਮ ਬॉयश ਪ੍ਰਿੰਕਸ ਬਚਪਨ ਦੇ ਲੜਕਪਨ ਦੇ ਜਿਹੜੇ ਮਜ਼ਾਕੀਆ ਕੰਮ ਨੇ, ਜਿਵੇਂ ਭਰਿੰਡਾਂ ਨੂੰ ਪਕੜਨਾ ਜਾਂ ਹੋਰ ਖੇਡਾਂ ਖੇਡਣਾ, ਉਹਦੇ ਵਿੱਚ ਕੀ ਹੈ ਵੀ ਉਹ ਐਕਸਪਰਟ ਹੈ। ਹਾਂਜੀ, ਨੈਕਸਟ for the narrator Chandu seems to be the picture of perfection। ਚੰਦੂ ਨੂੰ ਚੰਦੂ ਉਸ ਨੂੰ ਪੂਰਨਤਾ ਦੀ ਮੂਰਤ ਲੱਗਦਾ, ਜਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਲੇਖਕ ਨੂੰ ਚੰਦੂ ਹਰੇਕ ਕੰਮ ਦੇ ਵਿੱਚ ਐ ਲੱਗਦਾ ਸੀ ਕਿ ਇਹ ਕੰਮ ਚੰਦੂ ਹੀ ਕਰ ਸਕਦਾ ਹੈ। ਪਿਕਚਰ ਆਫ ਪਰਫੈਕਸ਼ਨ, ਉਹਨੂੰ ਐ ਲੱਗਦਾ ਕਿ ਉਹ ਜਿਵੇਂ ਪੂਰਨਤਾ ਦੀ ਮੂਰਤ ਹੋਵੇ। ਬਿਕੋਜ਼ ਹੀ ਕੁਡ ਮੇਕ ਐਂਡ ਫਲਾਈ ਪੇਪਰ ਕਾਈਟਸ, ਕਿਉਂਕਿ ਉਹ ਕੀ ਕਰ ਲੈਂਦਾ ਸੀ ਵੀ ਕਾਈਟਸ ਬਣਾ ਲੈਂਦਾ ਸੀ, ਪਤੰਗ ਬਣਾ ਲੈਂਦਾ ਸੀ, ਕਈ ਪ੍ਰਕਾਰ ਦੇ ਪਤੰਗ ਬਣਾ ਲੈਂਦਾ ਸੀ। ਐਂਡ ਆਫ ਡਿਫਰੈਂਟ ਡਿਜ਼ਾਈਨ, ਜਿਹਦੇ ਡਿਜ਼ਾਈਨ ਵੱਖਰੇ ਵੱਖਰੇ ਹੁੰਦੇ ਸਨ। ਉਹ ਕੱਲਾ ਪਤੰਗ ਹੀ ਨਹੀਂ ਸੀ ਬਣਾਉਂਦਾ, ਕਾਈਟਸ ਹੀ ਨਹੀਂ ਸੀ ਬਣਾਉਂਦਾ, ਬਲਕਿ ਉਹਨਾਂ ਨੂੰ ਕੀ ਕਰ ਲੈਂਦਾ ਸੀ, ਉਡਾ ਵੀ ਲੈਂਦਾ ਸੀ। ਜਦ ਕਿ ਲੇਖਕ ਇਸ ਕੰਮ ਦੇ ਵਿੱਚ ਵੀ ਪਿੱਛੇ ਸੀ। ਉਹ ਪਤੰਗ ਨਾ ਹੀ ਬਣਾ ਸਕਦਾ ਸੀ ਤੇ ਨਾ ਹੀ ਉਹਨਾਂ ਨੂੰ ਕੀ ਕਰ ਸਕਦਾ ਸੀ, ਉਡਾ ਸਕਦਾ ਸੀ। ਹਾਂਜੀ ਬੇਟੇ, ਆਵਾਜ਼ ਆ ਰਹੀ ਹੈ ਮੇਰੀ ਸਾਰੇ ਬੱਚੇ? Yes। ਹਾਂਜੀ, ਥੈਂਕ ਯੂ ਬੇਟੇ। 8 ਬੱਚੇ ਹੀ ਜੁੜੇ ਹੋਏ ਹਨ ਆਪਣੇ ਨਾਲ, ਬੜੀ ਮਾੜੀ ਗੱਲ ਹੈ। ਨੈਕਸਟ, Chandu was not good as the narrator at doing sums। ਸਵਾਲ ਕੱਢਣ ਵਿੱਚ ਚੰਦੂ ਇੰਨਾ ਵਧੀਆ ਨਹੀਂ ਸੀ ਜਿੰਨਾ ਕਿ ਨਰੇਟਰ। ਕਹਿਣ ਦਾ ਮਤਲਬ ਕਿ ਨਰੇਟਰ ਪੜ੍ਹਨ ਦੇ ਵਿੱਚ ਹੁਸ਼ਿਆਰ ਸੀ, ਸਵਾਲ ਕੱਢਣ ਦੇ ਵਿੱਚ ਹੁਸ਼ਿਆਰ ਸੀ, ਤੇ ਚੰਦੂ ਨਲਾਇਕ ਸੀ। ਐਟ ਸਕੂਲ ਬਿਕੋਜ਼, ਕਾਰਨ ਕੀ ਸੀ ਕਿ ਚੰਦੂ ਸਵਾਲ ਨਹੀਂ ਕੱਢ ਪਾਉਂਦਾ ਤੇ ਨਰੇਟਰ ਕੀ ਕਰ ਲੈਂਦਾ ਹੈ, ਸਵਾਲ ਕੱਢ ਲੈਂਦਾ। ਬਿਕੋਜ਼ ਹਿਸ ਫਾਦਰ ਪੁੱਟ ਹਿਮ ਟੂ ਦਾ ਹੈਰੀਡਿਟਰੀ ਪ੍ਰੋਫੈਸ਼ਨ of the barber's caste at a very early age। ਕਿਉਂ? ਕਿਉਂਕਿ ਜਿਹੜਾ ਚੰਦੂ ਦਾ ਪਿਤਾ ਸੀ ਉਸ ਨੂੰ ਆਪਣੇ ਜੱਦੀ ਕੰਮ ਤੇ ਭੇਜ ਦਿੰਦਾ ਸੀ। ਜਦੋਂ ਹੀ ਚੰਦੂ ਸਕੂਲੋਂ ਵਾਪਸ ਆਉਂਦਾ ਤਾਂ ਉਸ ਦਾ ਪਿਤਾ ਉਸ ਨੂੰ ਕੀ ਕਰਦਾ ਸੀ, ਆਪਣੇ ਜੱਦੀ ਕੰਮ ਹੇਅਰ ਕਟਿੰਗ ਕੀ ਕਰਨ ਲਈ ਵੀ ਹੇਅਰ ਕਟਿੰਗ ਲਈ ਕੀ ਕਰ ਦਿੰਦਾ ਸੀ, ਪਿੰਡ ਦੇ ਵਿੱਚ ਭੇਜ ਦਿੰਦਾ ਸੀ। ਕਿਉਂਕਿ ਉਹ ਬਾਰਬਰਸ ਕਾਸਟ ਐਟ ਅ ਵੈਰੀ ਅਰਲੀ ਏਜ, ਕਿਉਂਕਿ ਛੋਟੇ ਹੁੰਦੇ ਤੋਂ ਹੀ ਉਸ ਦਾ ਪਿਤਾ ਉਸ ਨੂੰ ਇਸ ਕੰਮ ਲਈ ਭੇਜ ਰਿਹਾ ਸੀ। ਐਂਡ ਸੈਂਟ ਆਊਟ ਇਨ ਦਾ ਵਿਲੇਜ ਟੂ ਕੱਟ ਹੇਅਰ, ਤੇ ਪਿੰਡ ਦੇ ਵਿੱਚ ਭੇਜ ਦਿੰਦਾ ਕਿ ਜਾ ਕੇ ਹਾਈ ਕਾਸਟ ਦੇ ਜਿਹੜੇ ਲੋਕ ਨੇ ਉਹਨਾਂ ਦੇ ਨੇਲ ਕੱਟ ਕੇ ਆ, ਉਹਨਾਂ ਦੇ ਹੇਅਰ ਕਟਿੰਗ ਕਰਕੇ। ਤਾਂ ਅਸੀਂ ਇਸ ਪਿਕਚਰ ਦੇ ਵਿੱਚ ਦੇਖ ਰਹੇ ਹਾਂ ਇੱਕ ਬੱਚਾ ਜਿਹੜਾ ਉਹ ਕੀ ਕਰ ਰਿਹਾ, ਰੀਡ ਕਰ ਰਿਹਾ, ਪੜ੍ਹਾਈ ਕਰ ਰਿਹਾ ਘਰੇ ਬੈਠਾ, ਤੇ ਦੂਸਰਾ ਜਿਹੜਾ ਦੂਸਰੇ ਪਾਸੇ ਦੇਖ ਰਹੇ ਹਾਂ ਕਿ ਚੰਦੂ ਹੈ ਜਿਹੜਾ ਉਹ ਕੀ ਕਰਦਾ ਸੀ, ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੀ ਕਰਦਾ ਸੀ, ਹੇਅਰ ਕਟਿੰਗ ਕਰਦਾ ਸੀ। ਯਾਨੀ ਕਿ ਅਸੀਂ ਇੱਥੇ ਗੱਲ ਇਹ ਸਮਝਦੇ ਹਾਂ ਕਿ ਚੰਦੂ ਨੂੰ ਘਰੇ ਜਾ ਕੇ ਪੜ੍ਹਨ ਦਾ ਮੌਕਾ ਹੀ ਨਹੀਂ ਸੀ ਮਿਲਦਾ। ਇਸ ਕਰਕੇ ਉਹ ਕੀ ਹੈ ਵੀ was not good doing sums at school, ਕਿਉਂਕਿ ਉਹ ਸਵਾਲ ਕੱਢਣ ਦੇ ਵਿੱਚ ਕੀ ਨਹੀਂ ਹੈ, ਚੰਗਾ ਨਹੀਂ ਹੈ, ਕਿਉਂਕਿ ਉਹਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਦਾ। ਜਦੋਂ ਘਰ ਆਉਂਦਾ ਹੈ ਤਾਂ ਘਰੋਂ ਕਿੱਧਰ ਭੇਜ ਦਿੱਤਾ ਜਾਂਦਾ, ਉਸਨੂੰ ਹੇਅਰ ਕਟਿੰਗ ਲਈ ਭੇਜ ਦਿੱਤਾ ਜਾਂਦਾ ਹੈ। ਨੈਕਸਟ, he had no time for the homework given in school, ਇਸ ਲਈ ਉਸ ਕੋਲੇ ਕੋਈ ਸਮਾਂ ਨਹੀਂ ਸੀ ਕਿ ਉਹ ਕੀ ਕਰਦਾ ਵੀ ਸਕੂਲ ਦਾ ਕੰਮ ਆਪਣੇ ਘਰ ਜਾ ਕੇ ਕਰ ਸਕੇ। he had no time for the homework given in school, ਇਸ ਲਈ ਉਸ ਕੋਲੇ ਕੋਈ ਸਮਾਂ ਨਹੀਂ ਸੀ ਕਿ ਉਹ ਕੀ ਕਰਦਾ ਵੀ ਸਕੂਲ ਦਾ ਕੰਮ ਘਰੇ ਜਾ ਕੇ ਕਰ ਪਾਉਂਦਾ। ਕਿਉਂ? ਕਿਉਂਕਿ ਉਹ ਆਪਣੇ ਹੈਰੀਡਿਟਰੀ ਪ੍ਰੋਫੈਸ਼ਨ ਲਈ ਹੇਅਰ ਕਟਿੰਗ ਲਈ ਕਿੱਥੇ ਚਲੇ ਜਾਂਦਾ ਸੀ, ਲੋਕਾਂ ਦੇ ਘਰਾਂ ਵਿੱਚ ਚਲੇ ਜਾਂਦਾ ਸੀ। ਬਟ ਹੀ ਵਾਸ ਗੁੱਡ ਐਟ ਰੀਸਾਈਟਿੰਗ ਪੋਇਟਰੀ, ਪਰੰਤੂ ਲੇਖਕ ਕਹਿੰਦਾ ਹੈ ਕਿ ਉਹ ਪੋਇਟਰੀ ਨੂੰ, ਕਵਿਤਾਵਾਂ ਨੂੰ ਉਚਾਰਨ ਕਰਨ ਦੇ ਵਿੱਚ ਬੜਾ ਵਧੀਆ ਸੀ। ਰੀਸਾਈਟ, ਉਚਾਰਨ ਕਰਨਾ। The narrator's mother did not like it। narrators
when Chandu got a scholarship at school while the narrator had to pay fee to be taught. ਨਰੇਟਰ ਦੀ ਮਾਤਾ, ਲੇਖਕ ਦੀ ਮਾਤਾ, ਮੁਲਕਰਾਜ ਆਨੰਦ ਦੀ ਮਾਤਾ ਇਸ ਗੱਲ ਨੂੰ ਲਾਈਕ ਨਹੀਂ ਕਰਦੀ, ਪਸੰਦ ਨਹੀਂ ਕਰਦੀ। ਕੀ ਗੱਲ, ਕਿਸ ਗੱਲ ਨੂੰ ਪਸੰਦ ਨਹੀਂ ਕਰਦੀ ਵੀ ਕਿ ਚੰਦੂ ਹੈਡ ਗॉट ਅ ਸਕਾਲਰਸ਼ਿਪ, ਕਿ ਚੰਦੂ ਨੂੰ ਤਾਂ ਸਕੂਲ ਚੋਂ ਸਕਾਲਰਸ਼ਿਪ ਮਿਲਦੀ ਹੈ, ਜਦ ਕਿ ਦ ਨਰੇਟਰ ਹੈਡ ਟੂ ਪੇ ਫੀ, ਨਰੇਟਰ ਨੂੰ ਕੀ ਕਰਨੀ ਪੈਂਦੀ ਹੈ ਵੀ ਫੀਸ ਦੇਣੀ ਪੈਂਦੀ ਹੈ। ਇਹ ਅਸੀਂ ਦੇਖੋ ਇਸ ਚੀਜ਼ ਨੂੰ ਅਸੀਂ ਹਾਂ ਅੱਜ ਵੀ ਸਕੂਲਾਂ 'ਚ ਦੇਖ ਰਹੇ ਹਾਂ ਕਿ ਬਹੁਤ ਸਾਰੇ ਬੱਚਿਆਂ ਨੂੰ ਸਕਾਲਰਸ਼ਿਪ ਮਿਲਦੀ ਹੈ ਤੇ ਕਈਆਂ ਨੂੰ ਨਹੀਂ ਮਿਲਦੀ। ਪਰ ਇਹਦਾ ਇੱਕ ਕਾਰਨ ਹੈ, देयर इज अ लॉजिक बिहाइंड दिस रीजन। ਸਕਾਲਰਸ਼ਿਪ ਦਾ ਆਧਾਰ ਹੈ ਜਿਹੜਾ ਉਹ ਸਾਡਾ ਆਰਥਿਕ ਤੌਰ ਤੇ, ਇਕਨੋਮਿਕ ਤੌਰ ਤੇ ਪਛੜਿਆਪਣ ਹੈ। ਸਕਾਲਰਸ਼ਿਪ ਦੀ ਪ੍ਰੋਵੀਜ਼ਨ ਉਹਨਾਂ ਜਾਤਾਂ ਲਈ, ਉਹਨਾਂ ਕੈਟਾਗਰੀਜ਼ ਲਈ ਕੀਤੀ ਗਈ ਹੈ ਜਿਹੜੀਆਂ ਕਿ ਪੁਰਾਣੇ ਸਮੇਂ ਦੇ ਵਿੱਚ ਬਹੁਤ ਪਛੜੀਆਂ ਹੋਈਆਂ ਰਹੀਆਂ। ਜਿਵੇਂ ਅਸੀਂ ਕਹਿੰਦੇ ਹਾਂ ਕਿ ਐਸਸੀ ਕੈਟਾਗਰੀ ਲਈ ਔਰ ਬੀਸੀ ਕੈਟਾਗਰੀ ਲਈ ਔਰ ਮਾਈਨੋਰਿਟੀ ਕੈਟਾਗਰੀ ਲਈ ਕੁਝ ਸਕਾਲਰਸ਼ਿਪਸ ਪ੍ਰੋਵਾਈਡ ਕੀਤੀਆਂ ਗਈਆਂ। ਕੀ ਮਤਲਬ ਹੈ, ਟਾਰਗੇਟ ਕੀ ਹੈ? ਟਾਰਗੇਟ ਇਹ ਹੈ ਕਿ ਇਹਨਾਂ ਕਲਾਸਾਂ ਦੇ ਜਿਹੜੇ ਬੱਚੇ ਨੇ ਉਹ ਕਿਉਂਕਿ ਆਰਥਿਕ ਤੌਰ ਤੇ ਬਹੁਤ ਡਾਊਨ ਨੇ, ਆਰਥਿਕ ਤੌਰ ਤੇ ਉਹਨੇ ਸਮਰਿੱਧ ਨਹੀਂ ਹਨ, ਇਸ ਲਈ ਇਸ ਸਕਾਲਰਸ਼ਿਪ ਨਾਲ ਕੀ ਹੋ ਜਾਵੇ ਵੀ ਉਹ ਆਪਣੇ ਆਪ ਦੀ ਪੜ੍ਹਾਈ ਨੂੰ ਕੰਟੀਨਿਊ ਰੱਖ ਲੈਣ, ਨਹੀਂ ਤਾਂ ਉਹ ਆਪਣੇ ਜੱਦੀ ਕਿੱਤਿਆਂ ਦੇ ਵਿੱਚ ਚਲੇ ਜਾਣਗੇ, ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਣ। ਤਾਂ ਇਸ ਤਰ੍ਹਾਂ ਦੀ ਜਿਹੜੀ ਫਿਤਰਤ ਸੀ ਕਿ ਸਕਾਲਰਸ਼ਿਪ ਚੰਦੂ ਨੂੰ ਮਿਲਦੀ ਸੀ, ਨਰੇਟਰ ਨੂੰ ਨਹੀਂ ਸੀ ਮਿਲਦੀ, ਤਾਂ ਨਰੇਟਰ ਦੀ ਮਾਂ ਇਸ ਗੱਲ ਲਈ ਕੀ ਕਰਦੀ ਸੀ ਵੀ ਘਿਰਣਾ ਕਰਦੀ ਸੀ। ਦ ਨਰੇਟਰਸ ਮਦਰ ਡਿਡ ਨਾਟ ਲਾਈਕ ਇਟ, ਉਹ ਲਾਈਕ ਨਹੀਂ ਕਰਦੀ ਇਸ ਗੱਲ ਨੂੰ ਕਿ ਚੰਦੂ ਹੈਡ ਗॉट ਅ ਸਕਾਲਰਸ਼ਿਪ ਐਟ ਸਕੂਲ, ਚੰਦੂ ਨੂੰ ਕੀ ਮਿਲਦੀ ਹੈ ਵੀ ਸਕਾਲਰਸ਼ਿਪ ਮਿਲਦੀ ਹੈ, ਵਾਈਲ ਦ ਨਰੇਟਰ ਹੈਡ ਟੂ ਪੇ, ਨਰੇਟਰ ਨੂੰ ਪੇ ਕਰਨਾ ਪੈਂਦਾ ਹੈ, ਫੀਸ ਪੇ ਕਰਨੀ ਪੈਂਦੀ ਹੈ ਪੜ੍ਹਨ ਲਈ। ਹਾਂਜੀ, ਗॉट इट, ਰਿਸਪੌਂਡ ਮੀ, ਗॉट इट? Yes, sir. ਹਾਂਜੀ, next. She constantly dissuaded the narrator from playing with the Chandu, saying that he was a low caste barber son. She constantly dissuaded, वो रोकदी, dissuade करदी, रोकना, रोकनी, रोकदी, किस गल ਲਈ रोकदी बई? वो इस गल ਲਈ रोकदी कि तू एक उच्च जाति का बच्चा है, वो एक नीवी जाति का लड़का है, तेनू उस नाल की नहीं करना चाहिए भी खेडना नहीं चाहिए। She constantly dissuaded the narrator from playing with Chandu, कि चंदू नाल नहीं खेडना, saying that he was a low caste barber son, कि वो नीवी जाति दे नाई दा बच्चा है, तू उस नाल की नहीं करना भी नहीं खेडना है। The narrator's mother always put red caste mark on his forehead. ਤਾਂ ਨਰੇਟਰ ਦੀ ਮਾਤਾ ਸੀ ਜਿਹੜੀ ਉਹ ਕੀ ਕਰਦੀ ਸੀ ਬਈ, ਨਰੇਟਰ ਦੀ ਮਾਤਾ ਨਰੇਟਰ ਦੇ ਮੱਥੇ ਦੇ ਉੱਤੇ ਇੱਕ ਰੈੱਡ ਕਾਸਟ ਮਾਰਕ ਲਗਾਉਂਦੀ ਸੀ, ਭਾਵ ਤਿਲਕ ਲਾਉਂਦੀ ਸੀ। ਹਿਸ ਫੋਰਹੈਡ ਐਵਰੀ ਮਾਰਨਿੰਗ, ਹਰ ਸਵੇਰ ਨਰੇਟਰ ਦੀ ਮਾਤਾ ਨਰੇਟਰ ਦੇ ਇੱਕ ਰੈੱਡ ਕਾਸਟ ਮਾਰਕ ਲਾਉਂਦੀ ਤਾਂ ਕਿ ਪਤਾ ਲੱਗ ਜੇ ਵੀ ਇਹ ਕਿਹੜੀ ਕਾਸਟ ਦਾ ਬੱਚਾ ਹੈ ਜੀ, ब्राह्मण कास्ट का बच्चा है। एंड पुट ऑन अचकन, उसदे एक अचकन पाउंदी। द टाइट कॉटन ट्राउजर, एक टाइट ट्राउजर उसदे पाई जाती, पैंट उसदे पाई जाती जिहड़ी कि कॉटन की बनी हुंदी सी। द गोल्ड वर्कड शूज, ते फिर की पाए जाते बई शूज जिहदे उत्ते सोने रंगी की कीती हुंदी सी बई कढ़ाई कीती हुंदी सी। एंड द सिल्कन टर्बन, जिस तरह असी तस्वीर दे विच एक बच्चा देख रहे हैं, इस बच्चे ने भी टर्बन पहनी हुई है, तो उसके मत्थे ते एक मार्क लगाया जाता, उसनूं की पहनाई जाती, एक ट्राउजर पहनाई जाती ते एक अचकन पहनाई जाती, जिस तरह असी उपर तस्वीर आई सी, उपर असी देख सकते हैं इस तरह की तस्वीर। ते उसकी माता उसका पूरा ध्यान रखती सी, किसका भी लेखक का, उसकी स्टडी वाल, उसकी पढ़ाई वाल पूरा ध्यान रखती सी। तो असी इत्थे एक डिफरेंस देख रहे हैं, देयर इज अ डिफरेंस बिटवीन चंदू एंड द नरेटर। कोई दस सकता भी की डिफरेंस है भाई? हाँ जी बेटे,
ਮਾੜਾ ਜਿਹਾ ਬੋਲ ਕੇ ਦੱਸੋ ਮੈਨੂੰ ਕਿ ਪੜ੍ਹਾਈ ਦੇ ਮਾਮਲੇ 'ਚ ਅਸੀਂ ਕੀ ਡਿਫਰੈਂਸ ਦੇਖ ਰਹੇ ਹਾਂ ਦੋਵਾਂ 'ਚ। ਵੈਰੀ ਗੁੱਡ। ਸਰ ਜੋ ਚੰਦੂ ਸੀ ਉਹ ਸਮ ਸੋਲਵ ਨਹੀਂ ਕਰ ਪਾਉਂਦਾ ਸੀ। ਹਾਂਜੀ ਹਾਂਜੀ, ਵੈਰੀ ਗੁੱਡ। ਸਰ ਉਹ ਪੜ੍ਹਾਈ ਦੇ ਵਿੱਚ ਇੰਨਾ ਵਧੀਆ ਨਹੀਂ ਸੀ ਜਿੰਨਾ ਕਿ ਨਰੇਟਰ ਸੀ। ਕਾਰਨ ਕੀ ਸੀ ਬੇਟੇ? ਸਰ ਕਿਉਂਕਿ ਚੰਦੂ ਨੂੰ ਉਸਦੇ ਪਿਤਾ ਕੰਮ ਲਈ ਭੇਜ ਦਿੰਦੇ। हाँ वेरी गुड, वेरी गुड बेटे। सहज बहुत अच्छा एक्सप्लेन किया। कोई होर बच्चा थैंक यू। करना चाहे? हाँ जी, और कोई बच्चा? वेरी गुड। नरेटर वधिया पढ़न च क्योंकि उसकी केयर है, उसकी पढ़ाई प्रति उसके पेरेंट्स की की है भी केयर है। पर चंदू अच्छा नहीं है क्योंकि केयर ही नहीं है। उसनों की किया जाता भी जो स्कूलों आता तो उसके पेरेंट्स उसनों काम लई भेज दिंदे हैं। तो असीं देखते हैं इस तस्वीर दे विचों सानूं एक इंडीकेशन मिल रही है कि यह साडा सोशल सैटअप है कि एक पासे तां पेरेंट्स की कर रहे हैं, बच्चे का पूरा ध्यान रख रहे हैं, जबकि दूजे पासे पेरेंट्स उहदी पढ़ाई नूं की करके भी छडा के उसनूं की कर रहे हैं, अपने कित्ते ते काम ते भेज रहे हैं। इत्थे भी असीं ये देखते हैं कि पेरेंट्स दा जैसा माइंड सैटअप होएगा बच्चे का भी वैसा ही माइंड सैटअप बनेगा। हाँ जी, नेक्स्ट। चंदू यूज्ड टू वियर अ पेयर ऑफ खाकी शॉर्ट्स which he the retired सूबेदार had given him। हाँ जी, हुण चंदू की पहनदा है? चंदू कोले अपने कोले पहनने लिए कोई कपड़े नहीं है, फिर वो कपड़े कित्थों लेके आया भी? वो सूबेदार तो लेके आया। देखो शॉर्ट्स देख रहे हो उन्होंने तुसी, ये शॉर्ट्स है खाकी शॉर्ट्स, खाकी रंग के शॉर्ट्स विच द रिटायर्ड सूबेदार हैड गिवन हिम। जिहड़े कि सूबेदार ने, जिहड़ा रिटायर्ड सूबेदार है उसने उसनूं दित्ते हन। भाव कपड़े भी की करदा वो अपने किसी तो मंग के पहनदा है। एंड फ्रेड ब्लैक वेलवेट वेस्ट कोट, अते एक असीं कह सकते हैं कि वी शेप गले वाली उस कोले की है एक वेलवेट वेस्ट कोट है। एंड ए राउंड कैप, अते एक गोल जिही उहदे कोले की है भी कैप है। विच हैड वंस बिलोंग टू लाला हुकम चंद द लायर ऑफ द विलेज। जिहड़ी कि किहदी है भी, किहदी है भी? लाला हुकम चंद, जिहड़ा कि पिंड दा की है भी लायर है, वकील है, उस नूं बिलोंग करदी है। तो कहने का मतलब ये है कि उसने जो शॉर्ट पहनता है वो भी किसी सूबेदार ने की कीते ने, उन्होंने दिते ने, ते जिहड़ी टोपी पहनता है वो लाला हुकम चंद ने दिती है। तो यदा मतलब जिहड़ी वेस्ट कोट जैकेट है, वेलवेट वेस्ट कोट है उस कोले, वो भी किसी ने उन्होंने की कीती है भी दिती सी। तो असीं इत्थे देखते हैं कि वो उसके जिहड़े कपड़े ने वो भी की ने भी किसी दे दिते गए हैं। वो पुराने फटे पुराने कपड़े, घसे हुए कपड़े की करता भी पहनता है। नेक्स्ट। चंदू इंजॉयड द फ्रीडम ऑफ मूवमेंट आफ्टर हिज फादर्स डेथ। देखो चंदू दे पिता दी मौत, जदों चंदू दे पिता दी मौत हो गई तो हुण घर दी जिम्मेवारी किते आ गई भी? चंदू ते आ गई। चंदू ते आ गई क्योंकि घर विच कमाउण वाला उसका पिता सी, हुण पिता नहीं रहा। फिर इस करके चंदू नूं अपने पिता का काम सामना पिया। जदों उसने अपने पिता का काम सांभिया तो उसनूं तुरन फिरन की आज़ादी मिल गई। बाहर अंदर की कर सकता सी, जा सकता सी, इंजॉय कर सकता सी। तो चंदू की करता सी, हुण शहर चले जांदा, की करदा उत्थे जाके की करदा लोकां दी हजामत करदा, हेयर कटिंग की करदा सी, करदा सी। देख रहे हैं असीं तस्वीर दे विच कि ये चंदू नहीं है, पर आपां इमेजिन करना है कि यह परसन है जिहड़ा चंदू है, ते की कर रहा है? शहर दे विच बैठा है ते लोकां दी की कर रहा है? शेव कर रहा है। नेक्स्ट। He used to go to the houses of high caste people in the morning for shaving and hair cutting। फिर वो की करदा सी? सुबह सुबह उच्च जाति के लोग ने जिहड़े उसके पिंड दे विच रहिंदे सन, हाई कास्ट पीपल, उन्हां दे घरे जांदा सी मॉर्निंग वेले, उन्हां दी शेव करके आउंदा जां उन्हां दी हेयर कटिंग करके। ही रोड टू द टाउन, फिर वो की करदा सी? शहर वाल चले जांदा, 6 माइल्स अवे फ्रॉम द
on the footrest of the closed carriage in which Lala Hukum Chand traveled to the town. फिर की करदा उस सवेर तो बाद वो की करदा सी ਉਹ ਸ਼ਹਿਰ ਵੱਲ ਨੂੰ ਹੋ ਚੱਲ ਪੈਂਦਾ ਤੇ ਸ਼ਹਿਰ ਵੱਲ ਨੂੰ ਸ਼ਹਿਰ ਸੀ ਜਿਹੜਾ 6 ਮਾਈਲਸ ਕੀ ਸੀ ਬਈ 6 ਮੀਲ ਦੂਰ ਸੀ ਔਨ ਦਾ ਫੁੱਟਰੈਸਟ ਫੁੱਟਰੈਸਟ ਕੀ ਹੁੰਦਾ ਹੈ ਤੁਸੀਂ ਦੇਖਿਆ ਵੀ ਹੋਣਾ ਸ਼ਾਇਦ ਤਾਂਗਿਆਂ ਦੇ ਪਿਛਲੇ ਪਾਸੇ ਇੱਕ ਲੱਕੜ ਦਾ ਫੱਟਾ ਲੱਗਿਆ ਹੁੰਦਾ ਚੜਨ ਲਈ ਤਾਂਗੇ ਦੇ ਚੜਨ ਲਈ ਪਿਛਲੇ ਪਾਸੇ ਤਾਂ ਉਹ ਕੀ ਕਰਦਾ ਸੀਗਾ ਲਾਲਾ ਹੁਕਮ ਚੰਦ ਜਿਹੜਾ ਇੱਕ ਉੱਚ ਜਾਤੀ ਦਾ ਕੀ ਸੀ ਬਈ ਪਰਸਨ ਸੀਗਾ ਵਕੀਲ ਸੀਗਾ ਜਿਹੜਾ ਕਿ ਸ਼ਹਿਰ ਜਾਂਦਾ ਸੀ ਲਾਲਾ ਹੁਕਮ ਚੰਦ ਤੋਂ ਕੀ ਲਈ ਸੀ ਵੀ ਉਹਨੇ ਰਾਉਂਡ ਕੈਪ ਲਈ ਸੀ ਲਾਲਾ ਹੁਕਮ ਚੰਦ ਤੋਂ ਪੁਰਾਣੀ ਉਸ ਦੀ ਕੈਪ ਤਾਂ ਉਹ ਕੀ ਕਰਦਾ ਸੀ ਫੁੱਟਰੈਸਟ ਦੇ ਉੱਤੇ ਕੈਰੇਜ ਦਾ ਮਤਲਬ ਘੋੜਾ ਗੱਡੀ ਦੇ ਪਿਛਲੇ ਪਾਸੇ ਜਿਹੜਾ ਫੁੱਟਰੈਸਟ ਬਣਿਆ ਹੁੰਦਾ ਸੀਗਾ ਉਹਦੇ ਉੱਤੇ ਬੈਠ ਕੇ ਕੀ ਕਰਦਾ ਸੀ ਉਹ 6 ਮਾਈਲਸ ਦੂਰ ਸ਼ਹਿਰ ਵਿੱਚ ਕੀ ਕਰਦਾ ਸੀ ਜਾਂਦਾ ਸੀ He rode to town 6 miles on the footrest of the closed carriage in which Lala Hukum Chand traveled to town. Lala Hukum Chand ਜਿਹੜੇ ਤਾਂਗੇ ਦੇ ਉੱਤੇ ਟਰੈਵਲ ਕਰਕੇ ਸ਼ਹਿਰ ਜਾਂਦਾ ਉਸ ਦੇ ਫੁੱਟਰੈਸਟ ਉੱਤੇ ਬੈਠ ਕੇ ਉਹ ਕੀ ਕਰਦਾ ਸੀ 6 ਮੀਲ ਸ਼ਹਿਰ ਵੱਲ ਚਲੇ ਆ ਦੇਖੋ ਇਹਦੇ ਉੱਤੇ ਵੀ ਦੇਖ ਰਹੇ ਹਾਂ ਅਸੀਂ ਇਹ ਵੀ that is also called footrest. This is also called ਫੁੱਟਰੈਸਟ ਇਹ ਫੁੱਟਰੈਸਟ ਹੈ ਜਿਹਦੇ ਉੱਤੇ ਪੈਰ ਰੱਖ ਕੇ ਅਸੀਂ ਕੀ ਕਰਦੇ ਹਾਂ ਤਾਂਗੇ ਦੇ ਉੱਪਰ ਚੜ੍ਹਦੇ ਹਾਂ ਤਾਂ ਉਹਨੂੰ ਅਲਾਉ ਨਹੀਂ ਸੀਗਾ ਕਿ ਉਹ ਤਾਂਗੇ ਦੇ ਵਿੱਚ ਬੈਠੇ ਕਿਉਂ ਕਿਉਂਕਿ he was a low caste boy he belongs to a low caste barbar caste ਇਸ ਕਰਕੇ ਉਹਨੂੰ ਅਲਾਉ ਨਹੀਂ ਸੀ ਕਿ ਉਹ ਤਾਂਗੇ ਦੇ ਵਿੱਚ ਕੀ ਕਰ ਸਕਦਾ ਬੈਠ ਸਕਦਾ he always brought some gifts such as paint brush or gold ink or a double-edged pen knife for the narrator from the town. He means Chandu ki karda si brought some gifts such as paint brush gold ink sone rangi ink and double-edged pen knife ਇੱਕ ਪੈਨ ਜਿਹਦੇ ਇੱਕ ਪਾਸੇ ਚਾਕੂ ਹੁੰਦਾ ਸੀ ਤੇ ਦੂਜੇ ਪਾਸੇ ਪੈਨ ਹੁੰਦਾ ਸੀ for the narrator ਤੇ ਉਹ ਬਾਜ਼ਾਰ ਵਿੱਚੋਂ ਕਿਹਦੇ ਲਈ ਖਰੀਦ ਕੇ ਲੈ ਕੇ ਆਉਂਦਾ ਵੀ ਚੰਦੂ ਨਰੇਟਰ ਲਈ ਖਰੀਦ ਕੇ ਲੈ ਕੇ ਆਉਂਦਾ ਕਿਉਂਕਿ ਨਰੇਟਰ ਉਸ ਦਾ ਕਲੋਜ਼ ਇਸੀ ਵੀ ਫਰੈਂਡ ਸੀ whereas the narrator had to walk 3 miles to the secondary school in the village of ਜੁਡਿਆਲਾ ਹਾਂਜੀ ਲੇਖਕ ਸੀਗਾ ਜਿਹੜਾ ਉਹ 3 ਕਿਲੋਮੀਟਰ 3 ਮੀਲ ਕਿੱਥੇ ਜਾਂਦਾ ਸੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜੁਡਿਆਲਾ ਵਿਖੇ ਕੀ ਕਰਦਾ ਸੀ ਪੜ੍ਹਦਾ ਸੀ ਤੇ ਅਕਸਰ ਕੁਐਸਚਨ ਆ ਜਾਂਦਾ ਹੈ ਕਿ ਲੇਖਕ ਕਿੱਥੇ ਪੜ੍ਹਦਾ ਸੀ ਜੁਡਿਆਲਾ ਵਿਖੇ ਕੀ ਕਰਦਾ ਸੀ ਲੇਖਕ ਪੜ੍ਹਦਾ ਸੀ ਹਾਂਜੀ ਨੈਕਸਟ ਤਾਂ ਅਸੀਂ ਇੱਧਰ ਲਾਇਰਸ ਨੂੰ ਦੇਖ ਰਹੇ ਹਾਂ ਵਕੀਲਾਂ ਨੂੰ ਦੇਖ ਰਹੇ ਹਾਂ ਵਕੀਲਾਂ ਦੀ ਡਰੈਸ ਅਪ ਦੇਖ ਰਹੇ ਹਾਂ ਅਸੀਂ where the narrator had to walk 3 miles to a secondary school in the village of Jodiala. Chandu saw the sahibs, the lawyer and chaprasis and the policeman wearing English style clothes at the district court. ਤਾਂ ਚੰਦੂ ਕੀ ਕਰਦਾ ਸੀ ਲਾਲਾ ਹੁਕਮ ਚੰਦ ਨਾਲ ਕਿੱਥੇ ਜਾਂਦਾ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਂਦਾ ਜ਼ਿਲ੍ਹੇ ਦੀ ਅਦਾਲਤ ਵਿੱਚ ਜਾਂਦਾ ਜਿੱਥੇ ਲਾਲਾ ਹੁਕਮ ਚੰਦ ਆਪਣੀ ਕੀ ਕਰਦਾ ਸੀ ਪ੍ਰੈਕਟਿਸ ਕਰਦਾ ਸੀ ਤਾਂ ਉੱਥੇ ਉਹ ਕਿਹਨਾਂ ਨੂੰ ਦੇਖਦਾ ਸਾਹਿਬਸ ਵੱਡੇ ਸਾਹਿਬ ਆਉਂਦੇ ਲੋਕ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਧਨਾੜ ਲੋਕ ਆਉਂਦੇ ਲਾਇਰਸ ਵਕੀਲ ਜਿਵੇਂ ਤਸਵੀਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਲਾਇਰਸ ਵਕੀਲ ਨੇ ਚਪੜਾਸੀ ਜਿਸਨੇ ਖਾਕੀ ਰੰਗ ਦੇ ਕੱਪੜੇ ਪਾਏ ਹੁੰਦੇ ਸੀ ਉਹ ਅਦਾਲਤ ਦੇ ਬਾਹਰਲੇ ਗੇਟ ਕੋਲੇ ਬਹਿੰਦਾ ਸੀ ਐਂਡ ਦਾ ਪੁਲਿਸਮੈਨ ਬਹੁਤ ਸਾਰੇ ਪੁਲਿਸਮੈਨ ਅਪਰਾਧੀਆਂ ਨੂੰ ਪਕੜ ਕੇ ਉੱਥੇ ਕੋਰਟ ਦੇ ਵਿੱਚ ਲੈ ਕੇ ਆਉਂਦੇ ਜਾਂ ਵੱਖ-ਵੱਖ ਮੈਟਰਸ ਨਾਲ ਸੰਬੰਧਿਤ ਜਿਹੜੇ ਮੁੱਦੇ ਸੀ ਉਹ ਉੱਥੇ ਕੋਰਟ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸਨ ਤਾਂ ਇਹ ਸਾਰਾ ਦ੍ਰਿਸ਼ ਇਹਨਾਂ ਸਾਰਿਆਂ ਨੂੰ ਸਾਹਿਬਸ ਨੂੰ ਚਪੜਾਸੀ ਨੂੰ ਲਾਇਰਸ ਨੂੰ ਤੇ ਪੁਲਿਸਮੈਨ ਨੂੰ ਕਿੱਥੇ ਦੇਖਦਾ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਦੇਖਦਾ ਹੈ ਜਿਨ੍ਹਾਂ ਨੇ ਕੀ ਕੀਤਾ ਹੁੰਦਾ ਹੈ ਇੰਗਲਿਸ਼ ਸਟਾਈਲ ਕਲੌਥਸ ਪਹਿਨੇ ਹੁੰਦੇ ਸਨ ਹਾਂਜੀ ਨੈਕਸਟ once he told the narrator ਇੱਕ ਵਾਰ ਉਸਨੇ ਨਰੇਟਰ ਨੂੰ ਕਿਹਾ that he wanted to steal some money from the
he told the narrator that he wanted to steal some money from the home to buy a dress like that of Kala Khan ਕਿ ਕੀ ਕਰਨਾ ਚਾਹੁੰਦਾ ਹੈ ਉਹ ਕਾਲਾ ਖਾਂ ਵਾਂਗ ਡਰੈਸ ਖਰੀਦਣਾ ਚਾਹੁੰਦਾ ਹੈ ਕਾਲਾ ਖਾਂ ਕੌਣ ਹੈ ਬਈ that steal ਉਹ ਪੈਸੇ ਚੁਰਾ ਲਵੇਗਾ ਤੇ ਉਹਨਾਂ ਪੈਸਿਆਂ ਦਾ ਕੀ ਕਰੇਗਾ ਡਰੈਸ ਖਰੀਦੇਗਾ ਕਿਹਦੀ ਡਰੈਸ ਖਰੀਦੇਗਾ ਬਈ ਕਾਲਾ ਖਾਂ ਵਰਗੀ ਕੀ ਕਰੇਗਾ ਵੀ ਡਰੈਸ ਖਰੀਦੇਗਾ he said that ਕਾਲਾ ਖਾਂ ਕਾਲਨ ਖਾਂ ਵੀ ਕਹਿ ਸਕਦੇ ਨੇ ਕਾਲਾ ਖਾਂ ਵੀ ਕਹਿ ਸਕਦੇ ਨੇ ਕਾਲਾ ਖਾਂ was fitting people with dentures and new eyes ਹਾਂਜੀ ਕਾਲਾ ਖਾਂ ਕੌਣ ਸੀਗਾ ਫਿਟਿੰਗ ਪੀਪਲ ਲੋਕਾਂ ਦੇ ਫਿੱਟ ਕਰਦਾ ਸੀ ਡੈਂਚਰਸ ਭਾਵ ਦੰਦ ਡੈਂਟਿਸਟ ਸੀਗਾ ਨਾਲੋਂ ਨਾਲ ਨਵੀਆਂ ਅੱਖਾਂ ਹੁਣ ਇੱਕ ਇਹੋ ਜਿਹਾ ਡਾਕਟਰ ਜਿਹਦੇ ਬਾਰੇ ਕੀ ਕਰਦਾ ਵੀ ਉਹ ਦੰਦ ਵੀ ਠੀਕ ਕਰਦਾ ਹੈ ਤੇ ਨਾਲੋਂ ਨਾਲ ਕੀ ਕਰਦਾ ਵੀ ਲੋਕਾਂ ਦੇ ਅੱਖਾਂ ਵੀ ਠੀਕ ਕਰਦਾ ਹੈ ਹੁਣ ਇਹ ਕੈਸਾ ਡਾਕਟਰ ਹੋਇਆ ਵੀ ਨਾਲੇ ਅੱਖਾਂ ਵੀ ਠੀਕ ਕਰਦਾ ਨਾਲੇ ਦੰਦ ਵੀ ਠੀਕ ਕਰਦਾ ਹਾਂਜੀ ਤਾਂ ਉਹ ਕੀ ਕਰਦਾ ਉਸਨੇ ਚੰਦੂ ਨੇ ਕਾਲਾ ਖਾਂ ਡਾਕਟਰ ਨੂੰ ਦੇਖਿਆ ਹੈ ਸ਼ਹਿਰ ਦੇ ਵਿੱਚ ਤੇ ਉਹ ਕਹਿੰਦਾ ਕਿ ਉਹ ਪੈਸੇ ਚੁਰਾਵੇਗਾ ਤੇ ਉਹਦੇ ਵਰਗੀ ਕਾਲਾ ਖਾਂ ਵਰਗੀ ਡਰੈਸ ਲੈ ਕੇ ਆਏਗਾ he was dressed in starcher shirt ਉਹ ਕੀ ਕਰਦਾ ਹੈ ਇੱਕ ਸੋਹਣੀ ਕਾਟਨ ਦੀ ਬਣੀ ਹੋਈ ਸ਼ਰਟ ਪਹਿਨਦਾ ਹੈ with an ivory collar ਤੇ ਉਸ ਦੇ ਕਾਲਰ ਕੀ ਹੁੰਦੇ ਨੇ ਬਹੁਤ ਜ਼ਿਆਦਾ ਸਫੇਦ ਹੁੰਦੇ ਹਨ ਆਈਵਰੀ ਵੈਸੇ ਹੁੰਦਾ ਹੈ ਹਾਥੀ ਦੇ ਦੰਦਾਂ ਦਾ ਬਣੇ ਹੋਏ ਐਂਡ ਬੋ ਟਾਈ ਤੇ ਇੱਕ ਟਾਈ ਖਰੀਦੇਗਾ ਉਹ ਬੋ ਟਾਈ ਪਹਿਨਦਾ ਹੈ ਐਂਡ ਬਲੈਕ ਕੋਟ ਉੱਪਰ ਦੀ ਬਲੈਕ ਕੋਟ ਪਹਿਨਦਾ ਹੈ ਐਂਡ ਸਟ੍ਰਿਪਡ ਟਰਾਊਜ਼ਰ ਤੇ ਉਸ ਦੇ ਉਹ ਜੋ ਟਰਾਊਜ਼ਰ ਪਹਿਨਦਾ ਹੈ ਉਸ ਦੇ ਵਿੱਚ ਕੀ ਹੁੰਦੀਆਂ ਨੇ ਵੀ ਧਾਰੀਆਂ ਬਣੀਆਂ ਹੁੰਦੀਆਂ ਟਰਾਊਜ਼ਰ ਯਾਨੀ ਕਿ ਧਾਰੀਦਾਰ ਕੀ ਪਹਿਨਦਾ ਉਹ ਪੈਂਟ ਪਹਿਨਦਾ ਹੈ ਐਂਡ ਰਬਰ ਓਵਰਕੋਟ ਐਂਡ ਪੰਪਸ ਰਬੜ ਦਾ ਓਵਰਕੋਟ ਪਹਿਨਦਾ ਹੈ ਉਹਦੇ ਉੱਪਰ ਦੀ ਕੋਟ ਦੇ ਉੱਪਰ ਦੀ ਓਵਰਕੋਟ ਪਹਿਨਦਾ ਹੈ ਤੇ ਪੰਪਸ ਕੀ ਹੁੰਦੇ ਨੇ ਪੈਰਾਂ ਵਿੱਚ ਪਹਿਨਣ ਵਾਲੀ ਗੁਰਗਾਬੀ ਤੇ ਪੈਰਾਂ ਵਿੱਚ ਕੀ ਪਹਿਨਦਾ ਵੀ ਉਹ ਗੁਰਗਾਬੀ ਪਹਿਨਦਾ ਹੈ ਰਕਾਬੀ ਕਹਿੰਦੇ ਨੇ ਜਿਹਨੂੰ ਅਸੀਂ ਪੰਜਾਬੀ ਚ ਗੁਰਗਾਬੀ ਪਹਿਨਦਾ ਹੈ ਅਸੀਂ ਤਸਵੀਰ ਦੇਖ ਰਹੇ ਹਾਂ ਇੱਧਰਲੇ ਪਾਸੇ ਤਾਂ ਚੰਦੂ ਕੀ ਕਰਨਾ ਚਾਹੁੰਦਾ ਹੈ ਚੰਦੂ ਵੀ ਕਾਲਾ ਖਾਂ ਵਰਗੀ ਡਰੈਸ ਲੈ ਕੇ ਆਪਣੇ ਆਪ ਨੂੰ ਕੀ ਕਰਨਾ ਚਾਹੁੰਦਾ ਵੀ ਉਸ ਤਰ੍ਹਾਂ ਦਾ ਡਾਕਟਰ ਬਣ ਕੇ ਡਾਕਟਰ ਵਰਗਾ ਬਣਨਾ ਚਾਹੁੰਦਾ ਹੈ ਚੰਦੂ said that he was not a doctor ਚੰਦੂ ਕਹਿੰਦਾ ਹੈ ਕਿ ਬੇਸ਼ੱਕ ਉਹ ਡਾਕਟਰ ਨਹੀਂ ਹੈ but he learned how to treat pimples boils and cuts on the people's body from his father ਚੰਦੂ ਕਹਿੰਦਾ ਬੇਸ਼ੱਕ ਮੈਂ ਡਰੈਸ ਡਾਕਟਰਾਂ ਵਰਗੀ ਹੀ ਪਹਿਨਾਂਗਾ ਮੈਂ ਡਾਕਟਰ ਨਹੀਂ ਹਾਂ ਪਰ ਮੈਨੂੰ ਕੁਝ ਕੁ ਇਲਾਜ ਆਉਂਦੇ ਹਨ ਜਿਵੇਂ ਮੈਨੂੰ ਪਿੰਪਲਸ ਠੀਕ ਕਰਨ ਆਉਂਦੇ ਹਨ ਕਿਸੇ ਦਾ ਕੋਈ ਜਲ ਗਿਆ ਹੈ ਸਰੀਰਕ ਅੰਗ ਜਲ ਗਿਆ ਹੈ ਉਹ ਠੀਕ ਕਰਨਾ ਹੁੰਦਾ ਜਾਂ ਕਿਸੇ ਦੇ ਕੱਟ ਲੱਗ ਗਿਆ ਹੈ ਇਹ ਸਾਰੀਆਂ ਚੀਜ਼ਾਂ ਮੈਨੂੰ ਆਉਂਦੀਆਂ ਹਨ ਕਿਉਂਕਿ ਮੈਂ ਆਪਣੇ ਪਿਤਾ ਤੋਂ ਸਿੱਖੀਆਂ ਭਾਵ ਇਹਨਾਂ ਦਾ ਇਲਾਜ ਕਰਨਾ ਆਉਂਦਾ ਹੈ ਤੇ ਕਿਉਂਕਿ ਮੈਨੂੰ ਇਹਨਾਂ ਦਾ ਇਲਾਜ ਕਰਨਾ ਆਉਂਦਾ ਹੈ ਤਾਂ ਫਿਰ ਮੈਂ ਕਿਉਂ ਨਹੀਂ ਬਈ ਹੋਇਆ ਕਿ ਨਹੀਂ ਮੈਂ ਇੱਕ ਡਾਕਟਰ ਹਾਂ The narrator encouraged him. ਨਰੇਟਰ ਕੀ ਕਰਦਾ ਹੈ ਕਿ ਹਾਂ ਬਾਕੀ ਤੂੰ ਤਾਂ ਡਾਕਟਰ ਹੈ ਤੂੰ ਤਾਂ ਡਾਕਟਰ ਵਰਗਾ ਲੱਗੇਗਾ ਕਿਉਂਕਿ ਨਰੇਟਰ ਦਾ ਰੋਲ ਮਾਡਲ ਕੌਣ ਹੈ ਵੀ ਚੰਦੂ ਹੈ ਤੇ ਉਹਨੂੰ ਐਨਕਰੇਜ ਕਰਦਾ ਹੈ ਉਸ ਨੂੰ ਕਿ ਹਾਂ ਤੂੰ ਤਾਂ ਸੱਚਮੁੱਚ ਹੀ ਡਾਕਟਰ ਲੱਗੇਗਾ One day Chandu dressed up in a white turban, a white rubber coat, a pair of pumps with a leather bag in his hand. ਇੱਕ ਦਿਨ ਚੰਦੂ ਉਸੇ ਤਰ੍ਹਾਂ ਹੀ ਡਰੈਸ ਅਪ ਕਰਿਆ ਆਉਂਦਾ ਵੀ ਕਾਲਾ ਖਾਂ ਵਾਂਗੂ ਇੱਕ ਟਰਬਨ ਪਹਿਨਿਆ ਹੁੰਦਾ ਹੈ ਇੱਕ ਵਾਈਟ ਰਬਰ ਕੋਟ ਪਹਿਨਦਾ ਹੈ ਪੇਅਰ ਆਫ ਪੰਪਸ ਪੈਰਾਂ 'ਚ ਗੁਰਗਾਬੀ ਪਹਿਨਦਾ ਹੈ ਵਿਦ ਲੈਦਰ ਬੈਗ ਤੇ ਆਪਣੇ ਹੱਥ 'ਚ ਕੀ ਹੁੰਦਾ ਵੀ ਉਸਦੇ ਇੱਕ ਲੈਦਰ ਦਾ ਬੈਗ ਬਣਿਆ ਹੁੰਦਾ ਹੈ ਇਨ ਹਿਸ ਹੈਂਡ ਆਪਣੇ ਹੱਥ ਵਿੱਚ ਉਹ ਕੀ ਕਰਦਾ ਇੱਕ ਲੈਦਰ ਬੈਗ ਨੂੰ ਪਕੜਦਾ ਹੈ ਲਾਸਟ 10 ਮਿੰਟ ਬਾਕੀ ਨੇ ਬੇਟੇ ਆਪਣੇ ਕੋਲੇ
He was going on his round and had come to show the narrator his new look. ਹੁਣ ਚੰਦੂ ਦੇ ਮਨ ਵਿੱਚ ਚਾਹ ਹੁੰਦਾ ਹੈ ਕਿ ਮੈਂ ਆਪਣੀ ਆਊਟਲੁੱਕ ਜਿਹੜੀ ਮੈਂ ਉਸਨੇ ਕੱਪੜੇ ਪਹਿਨੇ ਹਨ, ਟਰਬਨ ਪਹਿਨੀ ਹੈ, ਰਬਰ ਕੋਟ ਪਹਿਨਿਆ ਹੈ, ਉਸ ਕੋਲੇ ਉਸਨੇ ਪੰਪਸ ਪਹਿਨੇ ਹਨ, ਉਹ ਸਭ ਤੋਂ ਪਹਿਲਾਂ ਜਾ ਕੇ ਕਿਸ ਨੂੰ ਦਿਖਾਵੇ, ਕਿਸ ਨੂੰ ਸ਼ੋਅ ਕਰੇ ਵੀ ਨਰੇਟਰ, ਕਿਉਂਕਿ ਨਰੇਟਰ ਹੀ ਉਸਦਾ ਕੀ ਹੈ ਵੀ ਕਲੋਜ਼ ਫਰੈਂਡ ਹੈ। He was going on his round, ਉਹ ਸਵੇਰ ਦੇ ਪਹਿਲੇ ਰਾਉਂਡ ਤੇ ਜਾਂਦਾ ਹੈ। Had come to show the narrator, ਰਾਉਂਡ ਤੋਂ ਜਾਣ ਤੋਂ ਪਹਿਲਾਂ ਉਹ ਕਿਹਦੇ ਕੋਲੇ ਜਾਣਾ ਚਾਹੁੰਦਾ ਵੀ ਨਰੇਟਰ ਕੋਲੇ ਜਾਣਾ ਚਾਹੁੰਦਾ his new look, ਤਾਂ ਕਿ ਉਹ ਆਪਣੀ ਨਵੀਂ ਲੁੱਕ ਉਸ ਨੂੰ ਕੀ ਕਰ ਸਕੇ ਵੀ ਦਿਖਾ ਸਕੇ। The narrator said, marvelous, ਕਿੰਨਾ ਸ਼ਾਨਦਾਰ ਲੱਗ ਰਿਹਾ ਤੂੰ। ਨਰੇਟਰ ਕੀ ਕਹਿੰਦਾ ਵੀ ਉਸ ਨੂੰ, ਵਾਹ ਕਮਾਲ ਹੋ ਗਈ, ਬਹੁਤ ਸ਼ਾਨਦਾਰ। ਚੰਦੂ ਲੈਫਟ ਫॉर the house of the landlord, ਚੰਦੂ ਕੀ ਕਰਦਾ ਵੀ ਉੱਥੋਂ ਚਲਿਆ ਜਾਂਦਾ ਹੈ ਤਾਂ ਕਿ ਉਹ ਚੰਦੂ ਸ਼ਰਮਾ ਜਾਂਦਾ ਹੈ ਤੇ ਲੈਂਡਲॉर्ड ਜ਼ਮੀਂਦਾਰ ਦੇ ਮਕਾਨ ਵੱਲ, ਘਰ ਵੱਲ ਚਲੇ ਜਾਂਦਾ ਹੈ, ਜਿੱਥੇ ਉਸਨੇ ਲੈਂਡਲॉर्ड ਦੇ ਘਰ ਜਾ ਕੇ ਕੀ ਕਰਨੀ ਹੈ ਵੀ ਸ਼ੇਵ ਕਰਨੀ ਹੈ ਉਸਦੀ ਔਰ ਹੇਅਰ ਕਟਿੰਗ ਕਰਨੀ ਹੈ। ਬਟ ਐਸ ਹੀ ਐਂਟਰਡ ਦਾ ਹੋਮ, ਪਰੰਤੂ ਜਿਉਂ ਹੀ ਉਹ ਐਂਟਰ ਕਰਦਾ ਹੈ ਲੈਂਡਲॉर्ड ਦੇ ਘਰ, ਦੇਵੀ the landlord's little son clapped his hands, ਦੇਵੀ ਹੈ ਜਿਹੜਾ ਕਿ ਉੱਥੇ ਲੈਂਡਲॉर्ड ਦਾ ਕੀ ਹੈ ਵੀ ਛੋਟਾ ਪੁੱਤਰ ਹੈ, ਉਹ ਕਲੈਪਿੰਗ ਕਰਦਾ, ਉਹਨੂੰ ਦੇਖ ਕੇ ਕਲੈਪਿੰਗ ਕਰਦਾ his hands and shouted, ਤੇ ਚਿਲਾਉਂਦਾ ਹੈ to announce the coming of ਚੰਦੂ in the beautiful dress, ਤੇ ਉਹ ਉੱਚੀ ਦੇਣੇ ਬੋਲਦਾ ਹੈ ਕਿ ਚੰਦੂ ਕੀ ਹੈ ਵੀ ਆਪਣੀ ਸੋਹਣੀ ਜਿਹੀ ਡਰੈਸ ਨਾਲ ਕੀ ਆ ਗਿਆ ਵੀ ਆਪਣੇ ਘਰ ਆ ਗਿਆ ਹੈ, ਤੇ ਕਲੈਪਿੰਗ ਕਰ। ਅਸੀਂ ਇੱਥੇ ਤਸਵੀਰ ਦੇਖ ਰਹੇ ਹਾਂ, ਇੱਕ ਬੱਚਾ ਹੈ ਉਹ ਚੰਦੂ ਨੂੰ ਦੇਖ ਕੇ ਕੀ ਕਰਦਾ ਵੀ ਕਲੈਪਿੰਗ ਕਰਦਾ ਕਿ ਕਿੰਨਾ ਸੋਹਣਾ ਲੱਗ ਰਿਹਾ ਹੈ ਚੰਦੂ ਅੱਜ, ਕਿਉਂਕਿ ਅਕਸਰ ਚੰਦੂ ਕੀ ਕਰਦਾ ਸੀ ਫਟੇ ਪੁਰਾਣੇ ਕੱਪੜੇ ਪਾ ਕੇ ਆਉਂਦਾ ਸੀ, ਤਾਂ ਅੱਜ ਉਹ ਇੱਕ ਖਾਸ ਪ੍ਰੋਪਰ ਡਰੈਸਅਪ ਦੇ ਵਿੱਚ ਆਇਆਗਾ, ਇਸ ਕਰਕੇ ਉਹ ਬੱਚਾ ਉਸ ਨੂੰ ਦੇਖ ਕੇ, ਚੰਦੂ ਨੂੰ ਦੇਖ ਕੇ ਕੀ ਕਰਦਾ ਵੀ ਕਲੈਪਿੰਗ ਕਰਦਾ ਹੈ। ਰਾਮ 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 said the ਵਿਜੇ ਚੰਦ, the landlord touching the sacred thread which hung over his ears, ਤਾਂ ਰਾਜਾ ਵਿਜੇ ਚੰਦ, ਅਸੀਂ ਇੱਕ ਤਸਵੀਰ ਦੇਖਦੇ ਹਾਂ, ਇੱਥੇ ਇੱਕ ਤਸਵੀਰ ਦਿਖ ਰਹੀ ਹੈ, ਉਹ ਕੀ ਕਰਦਾ ਹੈ ਆਪਣੇ ਗਲ ਦੇ ਵਿੱਚ ਜਿਹੜੀ ਉਸਨੇ ਕੀ ਪਹਿਨੀ ਹੁੰਦੀ ਹੈ ਵੀ ਸੈਕਰਡ ਥ੍ਰੈਡ ਪਹਿਨਿਆ ਹੁੰਦਾ ਹੈ, ਪਵਿੱਤਰ ਧਾਗਾ ਪਹਿਨਿਆ ਹੁੰਦਾ ਹੈ, ਭਾਵ ਉਸਨੇ ਆਪਣਾ ਗਲ ਦੇ ਵਿੱਚ ਕੀ ਪਹਿਨਿਆ ਹੁੰਦਾ ਇੱਕ ਤਰ੍ਹਾਂ ਦਾ ਇੱਕ ਸੈਕਰਡ ਥ੍ਰੈਡ, ਜਿਹਨੂੰ ਆਪਾਂ ਜਨੇਊ ਵੀ ਕਹਿ ਦਿੰਦੇ ਹਾਂ, ਉਹ ਪਹਿਨਿਆ ਹੋਇਆ ਹੈ, ਵਿੱਚ ਹੰਗ ਓਵਰ ਹਿਸ ਈਅਰ, ਜਿਹੜਾ ਕਿ ਉਸਨੇ ਆਪਣੇ ਕੰਨ ਦੇ ਆਲੇ ਦੁਆਲੇ ਟੰਗਿਆ ਹੋਇਆ, ਕੰਨ ਦੇ ਆਲੇ ਦੁਆਲੇ ਟੰਗਿਆ ਹੋਇਆ ਹੈ। ਕਿਉਂ? ਕਿਉਂਕਿ ਉਹ ਕਿੱਥੋਂ ਆਇਆ ਵੀ ਹੁਣ ਵਾਸ਼ਰੂਮ ਦੇ ਵਿੱਚੋਂ ਆਇਆ ਹੈ, ਇਸ ਕਰਕੇ ਉਸਨੇ ਆਪਣਾ ਜਿਹੜਾ ਸੈਕਰਡ ਥ੍ਰੈਡ ਹੈ ਉਹ ਕਿੱਥੇ ਟੰਗਿਆ ਹੋਇਆ, ਆਪਣੇ ਕੰਨ ਦੇ ਇਰਦ ਗਿਰਦ ਟੰਗਿਆ ਹੋਇਆ ਹੈ। He said, the son of a pig, ਸੂਰ ਦੇ ਪੁੱਤ। ਚੰਦੂ ਨੂੰ ਕੀ ਕਹਿੰਦਾ ਵੀ ਉਹ, ਚੰਦੂ ਨੂੰ ਕਹਿੰਦਾ ਕਿ ਤੂੰ ਇੱਕ ਸੂਰ ਦਾ ਬੱਚਾ ਹੈ। He is bringing a leather bag of the cow hide into our house, ਤੇ ਉਹ ਕਹਿੰਦਾ ਹੈ ਕਿ ਤੂੰ ਇੱਕ ਗਾਂ ਦੇ ਮਾਸ ਦਾ ਬਣਿਆ ਹੋਇਆ ਬੈਗ ਹੈ ਜਿਹੜਾ ਸਾਡੇ ਘਰ ਲੈ ਆਇਆ ਹੈ। ਤੂੰ ਸੂਰ ਦੇ ਪੁੱਤ ਇੱਕ ਗਾਂ ਦੇ ਮਾਸ ਦਾ ਬਣਿਆ ਹੋਇਆ ਬੈਗ ਸਾਡੇ ਘਰ ਅੰਦਰ ਲੈ ਆਇਆ ਹੈ। ਐਂਡ ਏ ਕੋਟ ਆਫ ਮੈਰੋ ਆਫ, ਤੇ ਇੱਕ ਜਾਨਵਰ ਦੇ ਰੇਸ਼ਿਆਂ ਤੋਂ ਬਣੇ ਹੋਏ ਕੋਟ ਨੂੰ ਤੂੰ ਪਹਿਨਿਆ ਹੋਇਆ ਹੈ, ਵਾਈਟ ਰੰਗ ਦਾ ਕੋਟ ਪਹਿਨਿਆ ਹੋਇਆ ਹੈ। I don't know how no some of other animal, ਪਤਾ ਨਹੀਂ ਮੈਨੂੰ ਇਹ ਕਿਸ ਜਾਨਵਰ ਦਾ ਬਣਿਆ ਹੋਇਆ ਹੈ ਜਿਹੜਾ ਤੂੰ ਕੋਟ ਪਹਿਨਿਆ ਹੋਇਆ ਹੈ। ਭਾਵ ਉਹ ਕਹਿ ਰਿਹਾ ਹੈ ਲੈਂਡਲॉर्ड ਹੈ ਜਿਹੜਾ ਵਿਜੇ ਚੰਦ ਕਹਿ ਰਿਹਾ ਹੈ ਕਿ ਤੂੰ ਇੱਕ ਜਾਨਵਰ ਦੀ ਚਮੜੀ ਤੋਂ ਬਣੇ ਹੋਏ ਜਿਹੜਾ ਕੋਟ ਹੈ ਔਰ ਬੈਗ ਹੈ ਉਹ ਤੂੰ ਸਾਡੇ ਘਰ ਲੈ ਆਇਆ ਹੈ। ਐਂਡ ਦੂਸ ਈਵਲ ਬਲੈਕ ਅੰਗਰੇਜ਼ੀ ਸ਼ੂਜ਼, ਅਤੇ ਨਾਲੋਂ ਨਾਲ ਤੂੰ ਅੰਗਰੇਜ਼ਾਂ ਦੇ ਬਣੇ ਹੋਏ ਜੁੱਤੇ ਵੀ ਪਹਿਨੇ ਹਨ, ਤੇ ਇਹ ਕੀ ਨੇ ਬਈ ਸਾਡੇ ਲਈ ਬਹੁਤ ਮਨਹੂਸ ਹਨ ਜਿਹੜੇ ਤੂੰ ਪਹਿਨੇ ਹਨ। ਗੈਟ ਆਊਟ, ਦਫਾ ਹੋ ਜਾ ਤੂੰ, ਦਫਾ ਹੋ ਜਾ ਤੂੰ। ਯੂ ਸਨ ਆਫ ਅ ਡੈਵਲ, ਤੂੰ ਸ਼ੈਤਾਨ ਦਾ ਬੱਚਾ ਹੈ। ਭਾਵ ਤੂੰ ਸ਼ੈਤਾਨ ਦਾ ਬੱਚਾ ਹੈ, ਤੂੰ ਇਹ ਕੱਪੜੇ ਪਹਿਨ ਕੇ, ਇਹ ਜੁੱਤੇ ਪਹਿਨ ਕੇ ਸਾਡੇ ਘਰ ਨੂੰ ਵੀ ਕੀ ਕਰ ਦਿੱਤਾ ਵੀ, ਘਰ ਨੂੰ ਕੀ ਕਰ ਦਿੱਤਾ ਹੈ, ਭ੍ਰਸ਼ਟ ਕਰ ਦਿੱਤਾ ਹੈ।
You will defile my religion. तू साडे धर्म नूं की करेगा भी भ्रष्ट करेगा. Defile भ्रष्ट करना. I suppose you have no fear of anyone now that your father is dead. मैनू लगदा है कि तैनूं हुण किसे दी चिंता नहीं रही क्योंकि तेरा पिता की है भी मर गया है, इस करके तू हुण किसे दी कोई परवाह नहीं करता. तां चंदू अगे की कहंदा है, but I am wearing the clothes of a doctor, जगीरदार साहब, said the चंदू. चंदू कहता कि जगीरदार साहब मैं तो ये कपड़े एक डॉक्टर वर्गे कपड़े पहने हैं, ये तो कपड़े मेरे डॉक्टर वर्गे हैं. विजय चंद ordered him to go away and wear clothes that suited low caste status as a barber. तो ਉਹਨੂੰ ਗਾਲ ਕੱਢਦਾ ਹੋਇਆ ਬੋਲਦਾ ਹੈ ਵਿਜੇ ਚੰਦ ਕਿ ਇਥੋਂ ਦੌੜ ਜਾ ਤੇ ਜਾ ਕੇ go away, ਇਥੋਂ ਦੌੜ ਜਾ ਤੇ ਉਹ ਕੱਪੜੇ ਪਹਿਨ ਕੇ ਆ ਜਿਹੜੇ ਕਿ ਤੇਰੀ ਨੀਵੀਂ ਜਾਤ ਨਾਲ ਸੰਬੰਧਿਤ ਹਨ. ਆ ਫਟੇ ਪੁਰਾਣੇ ਕੱਪੜੇ ਹੀ ਤੈਨੂੰ ਸੂਟ ਕਰਦੇ ਹਨ, ਤੂੰ ਇਸ ਤਰ੍ਹਾਂ ਦੇ ਚੰਗੇ ਕੱਪੜੇ ਪਾ ਕੇ ਸਾਡੇ ਘਰ ਨਹੀਂ ਆ ਸਕਦਾ. ਅਸੀਂ ਦੇਖਦੇ ਹਾਂ ਜੀ ਇੱਥੇ ਇੱਕ ਸੁਸਾਇਟੀ ਦੇ ਵਿੱਚ ਬੜਾ ਹੀ ਅਸੀਂ ਦੇਖਦੇ ਹਾਂ ਕਿ ਨੀਵੀਂ ਜਾਤੀ ਦੇ ਲੋਕਾਂ ਨੂੰ ਚੰਗੇ ਕੱਪੜੇ ਪਾਉਣ ਦਾ ਵੀ ਕੀ ਨਹੀਂ ਸੀ, ਅਧਿਕਾਰ ਨਹੀਂ ਸੀ. ਤਾਂ ਇੱਥੇ ਅਸੀਂ ਸੁਸਾਇਟੀ ਦੇ ਵਿੱਚ ਇਹ ਸਟੇਟਾ ਦੇਖਦੇ ਹਾਂ ਕਿ ਕਿਸ ਤਰ੍ਹਾਂ ਚੰਦੂ ਜਿਹੜਾ ਕਿ ਆਪਣੀ ਹੇਅਰ ਕਟਿੰਗ ਕਰਕੇ ਸ਼ਹਿਰ ਦੇ ਵਿੱਚ ਜਾ ਕੇ ਮਿਹਨਤ ਕਰਕੇ ਆਪਣੇ ਕੱਪੜੇ ਖਰੀਦਦਾ ਹੈ, ਤਾਂ ਵਿਜੇ ਚੰਦ ਉਸ ਦੇ ਚੰਗੇ ਕੱਪੜਿਆਂ ਉੱਤੇ ਵੀ ਕੀ ਕਰਦਾ ਵੀ ਇਤਰਾਜ਼ ਕਰਦਾ ਹੈ ਤੇ ਉਸ ਨੂੰ ਸੂਰ ਦਾ ਪੁੱਤ ਕਹਿ ਕੇ ਬੋਲਦਾ ਹੈ ਤੇ ਉਹ ਉਸ ਨੂੰ ਚਲੇ ਜਾਣ ਲਈ ਕਹਿੰਦਾ ਹੈ ਤੇ ਨਾਲੇ ਕਹਿੰਦਾ ਹੈ ਕਿ ਤੂੰ ਆਪਣੇ ਉਹ ਕੱਪੜੇ ਪਹਿਨ ਕੇ ਆ ਜੋ ਤੇਰੀ ਜਾਤੀ ਨਾਲ ਜਾਤੀ ਅਨੁਸਾਰ ਤੇਰੇ ਤੇ ਢੁਕਦੇ ਹਨ, ਭਾ ਫਟੇ ਪੁਰਾਣੇ ਕੱਪੜੇ ਹੀ ਤੂੰ ਪਹਿਨ ਸਕਦਾ ਹੈ. ਨੈਕਸਟ ਚੰਦੂ ਰਿਟਰਨ. ਚੰਦੂ ਉੱਥੋਂ ਉਸੇ ਪੈਰ ਹੀ ਕੀ ਹੋ ਜਾਂਦਾ ਵੀ ਵਾਪਸ ਹੋ ਜਾਂਦਾ ਹੈ. His face was flushed. ਉਸਦਾ ਚਿਹਰਾ ਲਾਲ ਹੋ ਜਾਂਦਾ ਹੈ. ਦੇਵੀ the landlord's son had begun to cry at his father's words. ਦੇਵੀ ਜਿਹੜਾ ਕਿ ਲੈਂਡਲੌਰਡ ਜਗੀਰਦਾਰ ਦਾ ਪੁੱਤਰ ਹੁੰਦਾ ਹੈ, ਉਹ ਆਪਣੇ ਪਿਤਾ ਦੇ ਇਹਨਾਂ ਮਾੜੇ ਸ਼ਬਦਾਂ ਦੇ ਉੱਤੇ ਗੁੱਸਾ ਹੁੰਦਾ ਹੈ ਤੇ ਰੋਣ ਲੱਗਦਾ ਹੈ, ਚੀਕਦਾ ਹੈ ਕਿ ਤੁਸੀਂ ਚੰਦੂ ਨੂੰ ਐ ਕਿਉਂ ਕਿਹਾ. Then he went to the shop of Thanuram. ਫਿਰ ਚੰਦੂ ਹੈ ਜਿਹੜਾ ਉਹ ਥਨੂਰਾਮ ਦੀ ਦੁਕਾਨ ਤੇ ਜਾਂਦਾ ਹੈ, ਜਿਹੜਾ ਕਿ ਇੱਕ ਕੀ ਹੈ ਵੀ ਸ਼ਾਹੂਕਾਰ ਹੈ. He also abused Chandu in the foulest way of wearing the defiled clothes of hospital folk. ਪਰ ਥਨੂਰਾਮ ਵੀ ਕੀ ਕਰਦਾ ਹੈ, ਉਹ ਵੀ ਉਸੇ ਤਰ੍ਹਾਂ ਹੀ ਉਸ ਨੂੰ ਗਾਲਾਂ ਕੱਢਦਾ ਹੈ, abused ਗਾਲਾਂ ਕੱਢਦਾ ਹੈ. foulest way ਦਾ ਅਰਥ ਹੈ ਮਾੜੇ ਤਰੀਕੇ ਨਾਲ. ਤੇ ਉਹ ਕਹਿੰਦਾ ਹੈ ਕਿ ਤੂੰ ਜੋ ਕੱਪੜੇ ਪਹਿਨੇ ਹਨ ਇਹ ਡਿਫਾਈਲਡ ਕਲੋਥਸ ਨੇ, ਭਾਵ ਇਹ ਹਸਪੀਟਲ ਦੇ ਲੋਕਾਂ ਨੇ ਸਿੱਟੇ ਹੋਏ ਬਿਮਾਰੀ ਵਾਲੇ ਕੱਪੜੇ ਹਨ ਜੋ ਤੂੰ ਪਹਿਨੇ ਹਨ. ਹਾਂਜੀ ਲਾਸਟ ਮਿੰਟ ਹੈ ਬੇਟੇ ਆਪਣੇ ਕੋਲੇ. ਚੰਦੂ left angry and ran in the wild range past the narrator. ਚੰਦੂ ਗੁੱਸੇ ਹੋ ਜਾਂਦਾ ਹੈ, ਉਥੋਂ ਗੁੱਸੇ ਵਿੱਚ ਕੀ ਕਰਦਾ ਹੈ, ਉਥੋਂ ਦੌੜ ਕੇ ਨਰੇਟਰ ਦੇ ਕੋਲੋਂ ਦੀ ਲੰਘ ਜਾਂਦਾ ਹੈ. ਅੱਜ ਅਸੀਂ ਇੱਥੇ ਤੱਕ ਹੀ ਆਪਣੀ ਰੀਡਿੰਗ ਹੈ ਜਿਹੜੀ ਕੰਪਲੀਟ ਕਰਾਂਗੇ. ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਜਿੰਨੇ ਕੁ ਬੱਚੇ ਸਾਡੇ ਨਾਲ ਜੁੜੇ ਆ, 7 ਬੱਚੇ, ਬੜੀ ਅਫਸੋਸਨਾਕ ਗੱਲ ਹੈ ਕਿ 110 ਬੱਚਿਆਂ ਦੇ ਵਿੱਚੋਂ 10-12 ਬੱਚਿਆਂ ਦੇ ਵਿੱਚੋਂ ਸਿਰਫ 7 ਬੱਚੇ ਹੀ ਸਾਡੇ ਨਾਲ ਜੁੜਦੇ ਨੇ. ਤਾਂ ਮੈਂ ਬਾਕੀ ਬੱਚਿਆਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਬਾਕੀ ਬੱਚਿਆਂ ਨੂੰ ਮੋਟੀਵੇਟ ਕਰੋ ਤਾਂ ਜੋ ਜਿਹੜੀਆਂ ਸਾਡੀਆਂ ਕਲਾਸਿਸ ਨੇ ਜਿਹੜੀਆਂ ਪ੍ਰੋਪਰ ਵੇ ਲੱਗ ਸਕਣ. ਹਾਂਜੀ ਥੈਂਕ ਯੂ ਬੇਟੇ.